16 ਸੋਮਵਾਰ। ਇੱਕ ਵਾਰ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਯਾਤਰਾ ਕਰਦੇ ਹੋਏ ਧਰਤੀ ਲੋਕ ਵਿੱਚ ਅਮਰਾਵਤੀ ਸ਼ਹਿਰ ਪਹੁੰਚੇ। ਉਸ ਨਗਰ ਦੇ ਰਾਜੇ ਨੇ ਭਗਵਾਨ ਸ਼ਿਵ ਦਾ ਇੱਕ ਵਿਸ਼ਾਲ ਮੰਦਰ ਬਣਵਾਇਆ ਹੋਇਆ ਸੀ। ਸ਼ਿਵ ਜੀ ਅਤੇ ਮਾਤਾ ਪਾਰਵਤੀ ਉਸ ਮੰਦਰ ਵਿੱਚ ਰਹਿਣ ਲੱਗ ਪਏ। ਇੱਕ ਦਿਨ ਪਾਰਵਤੀ ਨੇ ਭਗਵਾਨ ਸ਼ਿਵ ਨੂੰ ਕਿਹਾ, ਹੇ ਪ੍ਰਾਣਨਾਥ, ਅੱਜ ਮੇਰਾ ਮਨ ਚੌਸਰ ਖੇਡਣ ਦਾ ਹੋ ਰਿਹਾ ਹੈ। ਮਾਤਾ ਪਾਰਵਤੀ ਦੀ ਇੱਛਾ ਜਾਣ ਕੇ ਸ਼ਿਵ ਜੀ ਮਾਤਾ ਪਾਰਵਤੀ ਨਾਲ ਚੌਸਰ ਖੇਡਣ ਲਈ ਬੈਠ ਗਏ। ਖੇਡ ਸ਼ੁਰੂ ਹੁੰਦੇ ਹੀ ਉਸ ਮੰਦਰ ਦਾ ਪੁਜਾਰੀ ਉੱਥੇ ਆ ਗਿਆ। ਪੁਜਾਰੀ ਨੂੰ ਆਉਂਦਾ ਦੇਖ ਕੇ ਮਾਤਾ ਪਾਰਵਤੀ ਨੇ ਪੁਜਾਰੀ ਤੋਂ ਪੁੱਛਿਆ, ਤੁਸੀਂ ਮੈਨੂੰ ਦੱਸੋ ਕਿ ਸਾਡੇ ਦੋਵਾਂ ਵਿੱਚੋਂ ਕੌਣ ਇਸ ਖੇਡ ਵਿੱਚ ਜਿੱਤੇਗਾ। ਪੁਜਾਰੀ ਨੇ ਜਵਾਬ ਵਿੱਚ ਕਿਹਾ, ਮਹਾਦੇਵ ਜੀ ਹੀ ਜਿੱਤਣਗੇ। ਜਿਵੇਂ ਹੀ ਚੌਸਰ ਦੀ ਖੇਡ ਖਤਮ ਹੋਈ, ਮਾਤਾ ਪਾਰਵਤੀ ਜਿੱਤ ਗਈ। ਜਦੋਂ ਪੁਜਾਰੀ ਦੇ ਸ਼ਬਦ ਗਲਤ ਸਾਬਤ ਹੋਏ, ਤਦ ਮਾਤਾ ਪਾਰਵਤੀ ਨੇ ਪੁਜਾਰੀ ਨੂੰ ਸ਼ਰਾਪ ਦਿੱਤਾ ਅਤੇ ਝੂਠ ਬੋਲਣ ਦੀ ਸਜ਼ਾ ਵਜੋਂ ਉਸ ਨੂੰ ਕੋੜੀ ਬਣਾ ਦਿੱਤਾ। ਉਸੇ ਦਿਨ ਸ਼ਿਵ ਜੀ ਅਤੇ ਮਾਤਾ ਪਾਰਵਤੀ ਉਸ ਮੰਦਿਰ ਤੋਂ ਕੈਲਾਸ਼ ਪਰਬਤ ਪਰਤ ਗਏ। ਦੇਵੀ ਪਾਰਵਤੀ ਦੇ ਸ਼ਰਾਪ ਕਾਰਨ ਪੁਜਾਰੀ ਕੋੜੀ ਬਣ ਗਿਆ। ਸ਼ਹਿਰ ਦੇ ਮਰਦ ਔਰਤਾਂ ਉਸ ਪੁਜਾਰੀ ਦੇ ਪਰਛਾਵੇਂ ਤੋਂ ਦੂਰ ਰਹਿਣ ਲੱਗ ਪਏ। ਕੁਝ ਲੋਕਾਂ ਨੇ ਰਾਜੇ ਨੂੰ ਸ਼ਿਕਾਇਤ ਕੀਤੀ ਕਿ ਪੁਜਾਰੀ ਨੂੰ ਕੋੜ ਰੋਗ ਹੋ ਗਿਆ ਹੈ, ਤਾਂ ਰਾਜੇ ਨੇ ਇਹ ਸਮਝ ਕੇ ਕਿ ਪੁਜਾਰੀ ਕਿਸੇ ਪਾਪ ਕਾਰਨ ਕੋੜੀ ਹੋ ਗਿਆ ਹੈ, ਉਸ ਨੂੰ ਮੰਦਰ ਤੋਂ ਬਾਹਰ ਕੱਢ ਦਿੱਤਾ। ਉਸ ਦੀ ਥਾਂ ਕਿਸੇ ਹੋਰ ਬ੍ਰਾਹਮਣ ਨੂੰ ਪੁਜਾਰੀ ਬਣਾਇਆ ਗਿਆ। ਕੋੜੀ ਪੁਜਾਰੀ ਮੰਦਰ ਦੇ ਬਾਹਰ ਭੀਖ ਮੰਗਣ ਲੱਗਾ। ਕੁਝ ਦਿਨਾਂ ਬਾਅਦ ਸਵਰਗ ਤੋਂ ਅਪਸਰਾਵਾਂ ਉਸ ਮੰਦਰ ਵਿੱਚ ਆਈਆਂ। ਪੁਜਾਰੀ ਨੂੰ ਦੇਖ ਕੇ ਉਸ ਦੀ ਹਾਲਤ ਦਾ ਕਾਰਨ ਪੁੱਛਿਆ। ਪੁਜਾਰੀ ਨੇ ਮਾਂ ਪਾਰਵਤੀ ਦੁਆਰਾ ਦਿੱਤੇ ਸ਼ਰਾਪ ਬਾਰੇ ਸਭ ਕੁਝ ਵਿਸਥਾਰ ਨਾਲ ਦੱਸਿਆ। ਸਭ ਕੁਝ ਜਾਣਨ ਤੋਂ ਬਾਅਦ ਅਪਸਰਾਵਾਂ ਨੇ ਪੁਜਾਰੀ ਨੂੰ ਪੂਰੇ 16 ਸੋਮਵਾਰ ਦਾ ਵਰਤ ਰੱਖਣ ਲਈ ਕਿਹਾ। ਪੁਜਾਰੀ ਨੂੰ ਇਸ ਵਰਤ ਦੀ ਵਿਧੀ ਦਾ ਪਤਾ ਨਹੀਂ ਸੀ, ਇਸ ਲਈ ਪੁਜਾਰੀ ਨੇ ਇਸ ਬਾਰੇ ਅਪਸਰਾਵਾਂ ਨੂੰ ਪੁੱਛਿਆ। ਉਹਨਾਂ ਦੱਸਿਆ ਕਿ ਹਰ ਸੋਮਵਾਰ ਨੂੰ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਣਾ ਪੈਂਦਾ ਹੈ, ਫਿਰ ਇਸ਼ਨਾਨ ਕਰਕੇ ਸਾਫ਼ ਕੱਪੜੇ ਪਾ ਕੇ ਕਣਕ ਦੇ ਆਟੇ ਦੇ 3 ਹਿੱਸੇ ਬਣਾ ਲੈਣੇ। ਇਸ ਤੋਂ ਬਾਅਦ ਸ਼ਾਮ ਨੂੰ ਸੂਰਜ ਡੁੱਬਣ ਤੋਂ ਪਹਿਲਾਂ ਘਿਓ ਦਾ ਦੀਵਾ ਜਗਾ ਕੇ ਗੁੜ, ਬੇਲ ਪੱਤਰ, ਫੁੱਲ, ਚੰਦਨ, ਜਨੇਊ ਲੈ ਕੇ ਪ੍ਰਦੋਸ਼ ਕਾਲ ਸਮੇਂ ਭੋਲੇਨਾਥ ਦੀ ਪੂਜਾ ਕਰਨੀ ਹੁੰਦੀ ਹੈ। ਪੂਜਾ ਕਰਨ ਤੋਂ ਬਾਅਦ ਇੱਕ ਹਿੱਸਾ ਸ਼ਿਵ ਸ਼ੰਭੂ ਨੂੰ ਚੜਾਓ ਅਤੇ ਇੱਕ ਖੁਦ ਲੈ ਲਓ। ਇਸ ਤੋਂ ਬਾਅਦ ਬਾਕੀ ਬਚੇ ਹਿੱਸੇ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਆਲੇ ਦੁਆਲੇ ਦੇ ਲੋਕਾਂ ਵਿੱਚ ਵੰਡੋ। ਇਸ ਤਰ੍ਹਾਂ ਸਾਰੇ 16 ਸੋਮਵਾਰ ਕਰਨ ਤੋਂ ਬਾਅਦ 17ਵੇਂ ਸੋਮਵਾਰ ਨੂੰ ਆਟਾ ਲੈ ਕੇ ਰੋਟ ਬਣਾ ਲਓ। ਫਿਰ ਇਸ ਵਿੱਚ ਘਿਓ ਦੇ ਨਾਲ ਗੁੜ ਮਿਲਾ ਕੇ ਚੂਰਮਾ ਤਿਆਰ ਕਰੋ। ਇਸ ਨੂੰ ਭਗਵਾਨ ਸ਼ਿਵ ਨੂੰ ਚੜਾਉਣ ਤੋਂ ਬਾਅਦ ਬਾਕੀ ਨੂੰ ਆਲੇ ਦੁਆਲੇ ਮੌਜੂਦ ਸਾਰੇ ਲੋਕਾਂ ਨੂੰ ਪ੍ਰਸਾਦ ਦੇ ਰੂਪ ਵਿੱਚ ਵੰਡੋ। ਇਸ ਤਰ੍ਹਾਂ ਵਰਤ ਰੱਖਣ ਨਾਲ ਭਗਵਾਨ ਸ਼ਿਵ ਤੁਹਾਡੇ ਤੇ ਪ੍ਰਸੰਨ ਹੋਣਗੇ ਅਤੇ ਕੋੜ ਦੀ ਸਮੱਸਿਆ ਨੂੰ ਦੂਰ ਕਰਨਗੇ। ਇਹ ਸਭ ਕੁਝ ਦੱਸਣ ਤੋਂ ਬਾਅਦ ਸਾਰੀਆਂ ਅਪਸਰਾਵਾਂ ਸਵਰਗ ਨੂੰ ਪਰਤ ਗਈਆਂ। ਉਸ ਦਿਨ ਤੋਂ ਬਾਅਦ ਪੁਜਾਰੀ ਨੇ ਹਰ ਸੋਮਵਾਰ ਨੂੰ ਵਿਧੀ ਅਨੁਸਾਰ ਵਰਤ ਰੱਖਿਆ ਅਤੇ ਪੂਜਾ ਕੀਤੀ। 16 ਸੋਮਵਾਰ ਦੇ ਵਰਤ ਸੰਪੂਰਨ ਹੋਣ ਤੋਂ ਬਾਅਦ 17ਵੇਂ ਸੋਮਵਾਰ ਨੂੰ ਜਿਵੇਂ ਹੀ ਸਾਰਿਆਂ ਨੂੰ ਪ੍ਰਸ਼ਾਦ ਵੰਡਿਆ ਗਿਆ, ਤਾਂ ਪੁਜਾਰੀ ਦੀ ਕੋੜ ਦੀ ਸਮੱਸਿਆ ਦੂਰ ਹੋਣੀ ਸ਼ੁਰੂ ਹੋ ਗਈ। ਪੁਜਾਰੀ ਦੇ ਠੀਕ ਹੋਣ ਤੋਂ ਬਾਅਦ ਰਾਜੇ ਨੇ ਉਸ ਨੂੰ ਦੁਬਾਰਾ ਉਸ ਮੰਦਰ ਵਿੱਚ ਪੂਜਾ ਕਰਨ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਸਮਾਂ ਪਾ ਕੇ ਇੱਕ ਦਿਨ ਫਿਰ ਭੋਲੇਨਾਥ ਮਾਤਾ ਪਾਰਵਤੀ ਨਾਲ ਉਸੇ ਮੰਦਰ ਵਿੱਚ ਪਹੁੰਚੇ। ਜਦੋਂ ਮਾਤਾ ਪਾਰਵਤੀ ਜੀ ਨੇ ਦੇਖਿਆ ਕਿ ਉਹ ਪੁਜਾਰੀ ਦਾ ਕੋੜ ਰੋਗ ਠੀਕ ਹੋ ਗਿਆ ਹੈ, ਤਾਂ ਮਾਤਾ ਨੇ ਪੁਜਾਰੀ ਨੂੰ ਪੁੱਛਿਆ ਕਿ ਇਹ ਕਿਵੇਂ ਹੋਇਆ। ਜਵਾਬ ਵਿੱਚ ਪੰਡਿਤ ਨੇ ਮਾਤਾ ਪਾਰਵਤੀ ਨੂੰ 16 ਸੋਮਵਾਰ ਦੇ ਵਰਤ ਰੱਖਣ ਦੀ ਕਹਾਣੀ ਦੱਸੀ। ਵਰਤ ਬਾਰੇ ਸੁਣ ਕੇ ਮਾਤਾ ਪਾਰਵਤੀ ਵੀ ਬਹੁਤ ਖੁਸ਼ ਹੋਈ ਅਤੇ ਪੁਜਾਰੀ ਨੂੰ ਇਸ ਵਰਤ ਦੀ ਵਿਧੀ ਬਾਰੇ ਪੁੱਛਣ ਤੋਂ ਬਾਅਦ ਮਾਤਾ ਨੇ ਖੁਦ 16 ਸੋਮਵਾਰ ਦੇ ਵਰਤ ਸ਼ੁਰੂ ਕੀਤੇ। ਉਨੀ ਦਿਨੀ ਮਾਤਾ ਪਾਰਵਤੀ ਆਪਣੇ ਪੁੱਤਰ ਕਾਰਤਿਕੇਯ ਦੇ ਗੁੱਸੇ ਹੋ ਕੇ ਚਲੇ ਜਾਣ ਤੋਂ ਬਹੁਤ ਚਿੰਤਤ ਰਹਿੰਦੀ ਸੀ। ਮਾਤਾ ਪਾਰਵਤੀ ਨੇ ਕਾਰਤਿਕੇਯ ਨੂੰ ਵਾਪਸ ਲਿਆਉਣ ਲਈ ਕਈ ਉਪਾਅ ਕੀਤੇ, ਪਰ ਕਾਰਤਿਕੇਯ ਮਾਤਾ ਕੋਲ ਵਾਪਸ ਨਹੀਂ ਆ ਰਿਹਾ ਸੀ। 16 ਸੋਮਵਾਰ ਦੇ ਵਰਤ ਰੱਖਦੇ ਹੋਏ ਪਾਰਵਤੀ ਨੇ ਭਗਵਾਨ ਸ਼ਿਵ ਨੂੰ ਕਾਰਤਿਕੇਯ ਦੀ ਵਾਪਸੀ ਦੀ ਕਾਮਨਾ ਕੀਤੀ। ਵਰਤ ਦੀ ਸਮਾਪਤੀ ਤੋਂ ਬਾਅਦ ਕੁਝ ਹੀ ਦਿਨਾਂ 'ਚ ਕਾਰਤਿਕੇਯ ਸੱਚਮੁੱਚ ਵਾਪਸ ਪਰਤ ਆਏ। ਕਾਰਤਿਕੇਯ ਨੇ ਮਾਤਾ ਪਾਰਵਤੀ ਨੂੰ ਆਪਣੇ ਮਨ ਦੀ ਤਬਦੀਲੀ ਬਾਰੇ ਪੁੱਛਿਆ, ਹੇ ਮਾਤਾ, ਤੁਸੀਂ ਅਜਿਹਾ ਕੀ ਉਪਾਅ ਕੀਤਾ
ਜਿਸ ਨਾਲ ਮੇਰਾ ਕ੍ਰੋਧ ਖਤਮ ਹੋ ਗਿਆ ਅਤੇ ਮੈਂ ਵਾਪਸ ਆ ਗਿਆ। ਫਿਰ ਮਾਤਾ ਪਾਰਵਤੀ ਨੇ ਕਾਰਤਿਕੇय ਨੂੰ 16 ਸੋਮਵਾਰ ਦੇ ਵਰਤ ਦੀ ਗਾਥਾ ਸੁਣਾਈ। ਕਾਰਤਿਕੇय ਵੀ ਬਹੁਤ ਦੁਖੀ ਸੀ ਕਿਉਂਕਿ ਉਸ ਦਾ ਇੱਕ ਮਿੱਤਰ ਬ੍ਰਹਮਦੱਤ ਉਸ ਤੋਂ ਬਹੁਤ ਦੂਰ ਗਿਆ ਹੋਇਆ ਸੀ। ਉਸ ਨੂੰ ਵਾਪਸ ਲਿਆਉਣ ਲਈ ਕਾਰਤਿਕੇय ਨੇ ਵੀ 16 ਸੋਮਵਾਰ ਦੇ ਵਰਤ ਰੱਖੇ ਅਤੇ ਬ੍ਰਹਮਦੱਤ ਦੇ ਵਾਪਸ ਆਉਣ ਦੀ ਇੱਛਾ ਪ੍ਰਗਟ ਕੀਤੀ। ਵਰਤਾਂ ਦੀ ਸਮਾਪਤੀ ਦੇ ਕੁਝ ਦਿਨਾਂ ਬਾਅਦ ਬ੍ਰਹਮਦੱਤ ਵਾਪਸ ਆ ਗਿਆ। ਵਾਪਸ ਆਉਣ ਤੋਂ ਬਾਅਦ ਬ੍ਰਹਮਦੱਤ ਨੇ ਕਾਰਤਿਕੇय ਨੂੰ ਪੁੱਛਿਆ, ਮਿੱਤਰ, ਆਖਰ ਤੁਸੀਂ ਅਜਿਹਾ ਕੀ ਕੀਤਾ ਜਿਸ ਨਾਲ ਮੇਰਾ ਮਨ ਬਦਲ ਗਿਆ? ਮੈਂ ਬਿਲਕੁਲ ਵੀ ਵਾਪਸ ਨਹੀਂ ਆਉਣਾ ਚਾਹੁੰਦਾ ਸੀ, ਪਰ ਅਚਾਨਕ ਮੈਂ ਤੁਹਾਡੇ ਬਾਰੇ ਸੋਚਿਆ ਅਤੇ ਮੈਂ ਵਾਪਸ ਆ ਗਿਆ। ਕਾਰਤਿਕੇय ਨੇ ਆਪਣੇ ਮਿੱਤਰ ਬ੍ਰਹਮਦੱਤ ਨੂੰ 16 ਸੋਮਵਾਰ ਦੇ ਵਰਤ ਦੀ ਮਹਿਮਾ ਬਾਰੇ ਦੱਸਿਆ। ਇਹ ਜਾਣ ਕੇ ਬ੍ਰਹਮਦੱਤ ਨੇ ਵੀ ਵਰਤ ਰੱਖਣਾ ਸ਼ੁਰੂ ਕਰ ਦਿੱਤਾ। ਵਰਤ ਖਤਮ ਹੁੰਦੇ ਹੀ ਬ੍ਰਹਮਦੱਤ ਆਪਣੇ ਦੋਸਤ ਕਾਰਤਿਕੇय ਤੋਂ ਵਿਦਾ ਲੈ ਕੇ ਯਾਤਰਾ ਲਈ ਰਵਾਨਾ ਹੋ ਗਿਆ। ਜਿਵੇਂ ਹੀ ਬ੍ਰਹਮਦੱਤ ਯਾਤਰਾ ਕਰਦੇ ਕਰਦੇ ਦੂਜੇ ਸ਼ਹਿਰ ਵਿੱਚ ਪਹੁੰਚਿਆ, ਬ੍ਰਹਮਦੱਤ ਨੂੰ ਪਤਾ ਲੱਗਾ ਕਿ ਰਾਜਾ ਹਰਸ਼ਵਰਧਨ ਨੇ ਆਪਣੀ ਧੀ ਗੁੰਜਨ ਦੇ ਵਿਆਹ ਲਈ ਇੱਕ ਸਵੈਂਬਰ ਦਾ ਪ੍ਰਬੰਧ ਕੀਤਾ ਹੋਇਆ ਹੈ। ਰਾਜੇ ਨੇ ਸ਼ਰਤ ਰੱਖੀ ਹੋਈ ਸੀ ਕਿ ਉਸ ਦਾ ਹਾਥੀ ਜਿਸ ਵੀ ਲੜਕੇ ਦੇ ਗਲ ਵਿੱਚ ਮਾਲਾ ਪਾਵੇਗਾ, ਉਹ ਉਸ ਦਾ ਵਿਆਹ ਆਪਣੀ ਕੁੜੀ ਨਾਲ ਕਰ ਦੇਵੇਗਾ। ਉਤਸੁਕਤਾ ਦੇ ਨਾਲ ਬ੍ਰਹਮਦੱਤ ਵੀ ਮਹਿਲ ਪਹੁੰਚ ਗਿਆ। ਬਹੁਤ ਸਾਰੇ ਰਾਜਕੁਮਾਰ ਹਾਜ਼ਰ ਸਨ। ਉੱਥੇ ਹਾਥੀ ਨੇ ਆਪਣੀ ਸੁੰਡ ਵਿਚਲੀ ਮਾਲਾ ਚੁੱਕ ਕੇ ਬ੍ਰਹਮਦੱਤ ਦੇ ਗਲੇ ਵਿੱਚ ਪਾ ਦਿੱਤੀ। ਆਪਣੀ ਸ਼ਰਤ ਪੂਰੀ ਕਰਨ ਲਈ ਰਾਜੇ ਨੇ ਆਪਣੀ ਧੀ ਦਾ ਵਿਆਹ ਬ੍ਰਹਮਦੱਤ ਨਾਲ ਕਰਵਾ ਦਿੱਤਾ। ਵਿਆਹ ਤੋਂ ਬਾਅਦ ਉਸ ਦੀ ਪਤਨੀ ਨੇ ਬ੍ਰਹਮਦੱਤ ਨੂੰ ਪੁੱਛਿਆ, ਆਖਰ ਤੁਸੀਂ ਕਿਹੜਾ ਚੰਗਾ ਕੰਮ ਕੀਤਾ ਸੀ ਕਿ ਹਾਥੀ ਨੇ ਸਭ ਨੂੰ ਛੱਡ ਕੇ ਤੁਹਾਨੂੰ ਮੇਰੇ ਲਈ ਚੁਣ ਲਿਆ? ਬ੍ਰਹਮਦੱਤ ਨੇ ਉਸ ਨੂੰ 16 ਸੋਮਵਾਰ ਦੇ ਵਰਤ ਬਾਰੇ ਦੱਸਿਆ। ਇਹ ਸਭ ਜਾਣਨ ਤੋਂ ਬਾਅਦ ਰਾਜਕੁਮਾਰੀ ਨੇ ਵੀ ਆਪਣੇ ਪਤੀ ਤੋਂ ਤਰੀਕਾ ਪੁੱਛ ਕੇ ਵਰਤ ਰੱਖਣਾ ਸ਼ੁਰੂ ਕਰ ਦਿੱਤਾ। ਵਰਤ ਦੀ ਸਮਾਪਤੀ ਤੋਂ ਬਾਅਦ ਉਹਨਾਂ ਦੇ ਘਰ ਇੱਕ ਸੁੰਦਰ ਪੁੱਤਰ ਹੋਇਆ ਜਿਸ ਦਾ ਨਾਮ ਗੋਪਾਲ ਰੱਖਿਆ ਗਿਆ। ਜਦੋਂ ਗੋਪਾਲ ਵੱਡਾ ਹੋਇਆ ਤਾਂ ਉਸਨੇ ਆਪਣੀ ਮਾਂ ਨੂੰ ਪੁੱਛਿਆ, ਮੈਂ ਤੁਹਾਡੇ ਘਰ ਹੀ ਕਿਉਂ ਪੈਦਾ ਹੋਇਆ? ਤੁਸੀਂ ਕਿਹੜਾ ਚੰਗਾ ਕੰਮ ਕੀਤਾ ਸੀ? ਉਸ ਦੀ ਮਾਂ ਗੁੰਜਨ ਨੇ ਗੋਪਾਲ ਨੂੰ 16 ਸੋਮਵਾਰ ਦੇ ਵਰਤ ਦੀ ਕਹਾਣੀ ਸੁਣਾਈ। ਭਗਵਾਨ ਸ਼ਿਵ ਦੀ ਮਹਿਮਾ ਨੂੰ ਜਾਣ ਕੇ ਗੋਪਾਲ ਨੇ ਵੀ ਵੱਡਾ ਰਾਜ ਪ੍ਰਾਪਤ ਕਰਨ ਦੀ ਇੱਛਾ ਨਾਲ ਸੋਮਵਾਰ ਦੇ ਵਰਤ ਰੱਖਣੇ ਸ਼ੁਰੂ ਕਰ ਦਿੱਤੇ। ਵਰਤਾਂ ਦੀ ਸਮਾਪਤੀ ਤੋਂ ਬਾਅਦ ਗੋਪਾਲ ਘੁੰਮਣ ਲਈ ਨੇੜਲੇ ਕਸਬੇ ਵਿੱਚ ਚਲਾ ਗਿਆ। ਉੱਥੇ ਗੋਪਾਲ ਉਸ ਨਗਰ ਦੇ ਰਾਜੇ ਦੀ ਨਜ਼ਰ 'ਚ ਆ ਗਿਆ। ਉੱਥੋਂ ਦੇ ਬੁੱਢੇ ਰਾਜੇ ਨੇ ਗੋਪਾਲ ਨੂੰ ਆਪਣੀ ਧੀ ਲਈ ਪਸੰਦ ਕਰ ਲਿਆ। ਰਾਜੇ ਨੇ ਗੋਪਾਲ ਦੇ ਘਰ-ਬਾਰ ਦਾ ਪਤਾ ਕੀਤਾ। ਸਭ ਦੀ ਰਜ਼ਾਮੰਦੀ ਨਾਲ ਬੜੀ ਧੂਮ-ਧਾਮ ਨਾਲ ਆਪਣੀ ਧੀ ਰਾਜਕੁਮਾਰੀ ਮੰਗਲਾ ਦਾ ਵਿਆਹ ਗੋਪਾਲ ਨਾਲ ਕਰ ਦਿੱਤਾ। 2 ਸਾਲਾਂ ਬਾਅਦ ਬੁੱਢੇ ਰਾਜੇ ਦੀ ਮੌਤ ਹੋ ਗਈ, ਇਸ ਲਈ ਗੋਪਾਲ ਨੂੰ ਉਸ ਸ਼ਹਿਰ ਦਾ ਰਾਜਾ ਬਣਾਇਆ ਗਿਆ। ਹੁਣ ਗੋਪਾਲ ਨੇ ਸਾਰਾ ਰਾਜ ਸੰਭਾਲਣਾ ਸ਼ੁਰੂ ਕਰ ਦਿੱਤਾ। ਭਗਵਾਨ ਸ਼ਿਵ ਦਾ ਸ਼ੁਕਰਾਨਾ ਕਰਦੇ ਹੋਏ ਗੋਪਾਲ ਨੇ ਫਿਰ 16 ਸੋਮਵਾਰ ਦੇ ਵਰਤ ਰੱਖੇ। 17ਵੇਂ ਸੋਮਵਾਰ ਨੂੰ ਗੋਪਾਲ ਨੇ ਆਪਣੀ ਪਤਨੀ ਮੰਗਲਾ ਨੂੰ ਵਰਤ ਦੀ ਸਾਰੀ ਸਮੱਗਰੀ ਲੈ ਕੇ ਨੇੜੇ ਦੇ ਸ਼ਿਵ ਮੰਦਿਰ ਪਹੁੰਚਣ ਲਈ ਕਿਹਾ। ਪਤੀ ਦੇ ਹੁਕਮ ਦੀ ਅਵਗਿਆ ਕਰਦੇ ਹੋਏ ਮੰਗਲਾ ਨੇ ਸੇਵਕਾਂ ਕੋਲ ਪੂਜਾ ਸਮੱਗਰੀ ਮੰਦਿਰ ਵਿੱਚ ਭੇਜ ਦਿੱਤੀ। ਖੁਦ ਮੰਦਿਰ ਵੀ ਨਹੀਂ ਗਈ। ਜਦੋਂ ਰਾਜੇ ਨੇ ਭਗਵਾਨ ਸ਼ਿਵ ਦੀ ਪੂਜਾ ਪੂਰੀ ਕੀਤੀ ਤਾਂ ਆਕਾਸ਼ ਵਿੱਚੋਂ ਇੱਕ ਆਵਾਜ਼ ਆਈ, ਹੇ ਰਾਜਨ, ਤੁਹਾਡੀ ਪਤਨੀ ਨੇ 16 ਸੋਮਵਾਰ ਦੇ ਵਰਤ ਦਾ ਨਿਰਾਦਰ ਕੀਤਾ ਹੈ, ਇਸ ਲਈ ਰਾਣੀ ਨੂੰ ਮਹਿਲ ਤੋਂ ਬਾਹਰ ਕੱਢ ਦਿਓ, ਨਹੀਂ ਤਾਂ ਤੁਹਾਡਾ ਸਭ ਕੁਝ ਖਤਮ ਹੋ ਜਾਵੇਗਾ। ਆਕਾਸ਼ਬਾਣੀ ਸੁਣ ਕੇ ਗੋਪਾਲ ਨੇ ਆਪਣੀ ਪਤਨੀ ਨੂੰ ਉਸ ਦੇ ਹੁਕਮਾਂ ਦੀ ਉਲੰਘਣਾ ਕਰਨ ਅਤੇ ਭਗਵਾਨ ਸ਼ਿਵ ਦਾ ਨਿਰਾਦਰ ਕਰਨ ਲਈ ਮਹਿਲ ਵਿੱਚੋਂ ਕੱਢ ਦਿੱਤਾ। ਰਾਣੀ ਭੁੱਖੀ ਪਿਆਸੀ ਉਸ ਸ਼ਹਿਰ ਵਿੱਚ ਭਟਕਣ ਲੱਗੀ। ਰਾਣੀ ਨੂੰ ਉਸ ਸ਼ਹਿਰ ਵਿੱਚ ਇੱਕ ਬੁੱਢੀ ਔਰਤ ਮਿਲੀ। ਉਹ ਬੁੱਢੀ ਔਰਤ ਬਾਜ਼ਾਰ ਵਿੱਚ ਧਾਗਾ ਵੇਚਣ ਜਾ ਰਹੀ ਸੀ, ਪਰ ਉਸ ਬੁੱਢੀ ਤੋਂ ਧਾਗੇ ਵਾਲੀ ਗੱਡਰੀ ਨਹੀਂ ਉੱਠ ਰਹੀ ਸੀ। ਬੁੱਢੀ ਨੇ ਰਾਣੀ ਨੂੰ ਕਿਹਾ, ਬੇਟੀ, ਜੇਕਰ ਤੂੰ ਮੇਰਾ ਧਾਗਾ ਚੁੱਕ ਕੇ ਬਾਜ਼ਾਰ ਵਿੱਚ ਲੈ ਜਾਵੇਂਗੀ ਅਤੇ ਇਸ ਨੂੰ ਵੇਚਣ ਵਿੱਚ ਮੇਰੀ ਮਦਦ ਕਰੇਗੀ ਤਾਂ ਮੈਂ ਤੈਨੂੰ ਪੈਸੇ ਦੇ ਦਿਆਂਗੀ। ਰਾਣੀ ਨੇ ਬਜ਼ੁਰਗ ਔਰਤ ਦੀ ਸਲਾਹ ਮੰਨ ਲਈ, ਪਰ ਜਿਵੇਂ ਹੀ ਰਾਣੀ ਨੇ ਧਾਗੇ ਦੀ ਗੱਠ ਨੂੰ ਛੂਹਿਆ, ਇੱਕ ਤੇਜ਼ ਹਵਾ ਚੱਲੀ ਅਤੇ ਧਾਗੇ ਦੀ ਗੱਠ ਖੁੱਲ ਗਈ ਤਾਂ ਸਾਰਾ ਧਾਗਾ ਉੱਡ ਗਿਆ। ਬਜ਼ੁਰਗ ਔਰਤ ਨੇ ਰਾਣੀ ਨੂੰ ਝਿੜਕਿਆ ਅਤੇ ਉਸ ਨੂੰ ਭਜਾ ਦਿੱਤਾ। ਤੁਰਦੇ ਤੁਰਦੇ ਰਾਣੀ ਸ਼ਹਿਰ ਵਿੱਚ ਇੱਕ ਤੇਲੀ ਦੇ ਘਰ ਪਹੁੰਚ ਗਈ।
ਤਰਸ ਖਾ ਕੇ ਤੇਲੀ ਨੇ ਰਾਣੀ ਨੂੰ ਘਰ ਵਿੱਚ ਰਹਿਣ ਲਈ ਕਿਹਾ, ਪਰ ਫਿਰ ਭਗਵਾਨ ਸ਼ਿਵ ਦੇ ਗੁੱਸੇ ਕਾਰਨ ਤੇਲੀ ਦੇ ਤੇਲ ਨਾਲ ਭਰੇ ਘੜੇ ਇੱਕ ਕਰਕੇ ਫਟਣ ਲੱਗੇ। ਤੇਲੀ ਨੇ ਵੀ ਉਸ ਨੂੰ ਭਜਾ ਦਿੱਤਾ। ਇੰਨੀ ਮੰਦਹਾਲੀ ਦੇਖ ਕੇ ਸਾਰਿਆਂ ਨੇ ਉਸ ਨੂੰ ਆਪਣੀ ਆਪਣੀ ਥਾਂ ਤੋਂ ਭਜਾ ਦਿੱਤਾ। ਹੁਣ ਕੋਈ ਵੀ ਰਾਣੀ ਦੀ ਮਦਦ ਨਹੀਂ ਕਰਦਾ। ਭੁੱਖ ਪਿਆਸ ਤੋਂ ਪਰੇਸ਼ਾਨ ਰਾਣੀ ਉੱਥੋਂ ਅੱਗੇ ਵਧਣ ਲੱਗੀ। ਜਦੋਂ ਰਾਣੀ ਨੇ ਨਦੀ ਦਾ ਪਾਣੀ ਪੀ ਕੇ ਆਪਣੀ ਪਿਆਸ ਬੁਝਾਉਣੀ ਚਾਹੀ ਤਾਂ ਉਸ ਦੀ ਛੋਹ ਨਾਲ ਨਦੀ ਦਾ ਪਾਣੀ ਸੁੱਕ ਗਿਆ। ਆਪਣੀ ਕਿਸਮਤ ਨੂੰ ਕੋਸਦੇ ਹੋਏ ਰਾਣੀ ਅੱਗੇ ਚਲੀ ਗਈ। ਤੁਰਦੀ ਤੁਰਦੀ ਹੋਈ ਰਾਣੀ ਇੱਕ ਜੰਗਲ ਵਿੱਚ ਪਹੁੰਚ ਗਈ। ਉਸ ਜੰਗਲ ਵਿੱਚ ਇੱਕ ਛੱਪੜ ਸੀ। ਉਹ ਛੱਪੜ ਸਾਫ਼ ਪਾਣੀ ਨਾਲ ਭਰਿਆ ਹੋਇਆ ਸੀ। ਸਾਫ਼ ਪਾਣੀ ਦੇਖ ਕੇ ਰਾਣੀ ਦੀ ਪਿਆਸ ਤੇਜ਼ ਹੋ ਗਈ। ਜਿਵੇਂ ਹੀ ਰਾਣੀ ਨੇ ਛੱਪੜ ਦੀਆਂ ਪੌੜੀਆਂ ਉਤਰ ਕੇ ਪਾਣੀ ਨੂੰ ਛੂਹਿਆ ਤਾਂ ਉਸ ਪਾਣੀ ਵਿੱਚ ਅਣਗਿਣਤ ਕੀੜੇ ਮਕੌੜੇ ਦਿਖਾਈ ਦਿੱਤੇ। ਇਹ ਸਭ ਦੇਖ ਕੇ ਰਾਣੀ ਹੈਰਾਨ ਰਹਿ ਗਈ ਅਤੇ ਉਦਾਸ ਹੋ ਕੇ ਰਾਣੀ ਨੇ ਉਹ ਗੰਦਾ ਪਾਣੀ ਪੀ ਕੇ ਆਪਣੀ ਪਿਆਸ ਬੁਝਾਈ। ਜਦੋਂ ਰਾਣੀ ਨੇ ਇੱਕ ਰੁੱਖ ਦੀ ਛਾਂ ਹੇਠ ਬੈਠ ਕੇ ਕੁਝ ਸਮਾਂ ਆਰਾਮ ਕਰਨਾ ਚਾਹਿਆ ਤਾਂ ਉਸ ਰੁੱਖ ਦੇ ਪੱਤੇ ਇੱਕ ਪਲ ਵਿੱਚ ਸੁੱਕ ਕੇ ਖਿੱਲਰ ਗਏ। ਰਾਣੀ ਇੱਕ ਹੋਰ ਦਰਖਤ ਹੇਠਾਂ ਜਾ ਕੇ ਬੈਠ ਗਈ। ਜਿਸ ਦਰਖਤ ਹੇਠਾਂ ਉਹ ਬੈਠੀ ਸੀ ਉਹ ਵੀ ਸੁੱਕ ਗਿਆ। ਜੰਗਲ ਅਤੇ ਝੀਲ ਦੀ ਇਹ ਹਾਲਤ ਦੇਖ ਕੇ ਉੱਥੋਂ ਦੇ ਚਰਵਾਹੇ ਬਹੁਤ ਹੈਰਾਨ ਹੋਏ। ਰਾਣੀ ਦੀ ਬੁਰੀ ਹਾਲਤ ਦੇਖਦੇ ਹੋਏ ਤਦ ਸਾਰੇ ਚਰਵਾਹੇ ਰਾਣੀ ਨੂੰ ਨੇੜੇ ਦੇ ਮੰਦਰ ਦੇ ਪੁਜਾਰੀ ਕੋਲ ਲੈ ਗਏ। ਰਾਣੀ ਦਾ ਚਿਹਰਾ ਦੇਖ ਕੇ ਪੁਜਾਰੀ ਨੂੰ ਪਤਾ ਲੱਗਾ ਕਿ ਇਹ ਔਰਤ ਜ਼ਰੂਰ ਕਿਸੇ ਵੱਡੇ ਘਰਾਣੇ ਦੀ ਹੈ। ਉਹ ਕਿਸਮਤ ਦੇ ਕਾਰਨ ਘਰ ਘਰ ਭਟਕ ਰਹੀ ਹੈ। ਪੁਜਾਰੀ ਸਮਝ ਗਿਆ ਕਿ ਉਸ ਨਾਲ ਕੁਝ ਵੀ ਠੀਕ ਨਹੀਂ ਸੀ ਹੋ ਰਿਹਾ। ਪੁਜਾਰੀ ਨੇ ਰਾਣੀ ਨੂੰ ਕਿਹਾ, ਬੇਟੀ ਤੂੰ ਚਿੰਤਾ ਨਾ ਕਰ, ਤੂੰ ਇਸ ਮੰਦਰ ਵਿੱਚ ਰਹੇ, ਕੁਝ ਦਿਨਾਂ ਵਿੱਚ ਸਭ ਠੀਕ ਹੋ ਜਾਵੇਗਾ। ਪੁਜਾਰੀ ਦੇ ਸ਼ਬਦਾਂ ਨੇ ਰਾਣੀ ਨੂੰ ਬਹੁਤ ਦਿਲਾਸਾ ਦਿੱਤਾ। ਰਾਣੀ ਉਸ ਮੰਦਿਰ ਵਿੱਚ ਰਹਿਣ ਲੱਗ ਪਈ। ਜਦੋਂ ਰਾਣੀ ਖਾਣਾ ਬਣਾਉਂਦੀ ਤਾਂ ਸਬਜ਼ੀ ਸੜ ਜਾਂਦੀ, ਆਟੇ ਵਿੱਚ ਕੀੜੇ ਪੈ ਜਾਂਦੇ। ਪੁਜਾਰੀ ਰਾਣੀ ਦੀ ਦੁਰਦਸ਼ਾ ਤੋਂ ਬਹੁਤ ਚਿੰਤਤ ਹੋ ਕੇ ਬੋਲਿਆ, ਬੇਟੀ ਤੂੰ ਕੋਈ ਗਲਤ ਕੰਮ ਕੀਤਾ ਹੋਵੇਗਾ ਜਿਸ ਕਾਰਨ ਦੇਵਤੇ ਤੇਰੇ ਨਾਲ ਨਾਰਾਜ਼ ਹਨ ਅਤੇ ਉਹਨਾਂ ਦੀ ਨਾਰਾਜ਼ਗੀ ਕਾਰਨ ਤੇਰੀ ਇਹ ਹਾਲਤ ਹੈ। ਪੁਜਾਰੀ ਦੀ ਗੱਲ ਸੁਣ ਕੇ ਰਾਣੀ ਨੇ ਆਪਣੇ ਪਤੀ ਦੇ ਹੁਕਮ ਤੇ ਮੰਦਰ ਨਾ ਜਾਣ ਅਤੇ ਸ਼ਿਵ ਦੀ ਪੂਜਾ ਨਾ ਕਰਨ ਦੀ ਸਾਰੀ ਕਹਾਣੀ ਦੱਸੀ। ਇਹ ਜਾਣ ਕੇ ਪੁਜਾਰੀ ਨੇ ਕਿਹਾ, ਤੂੰ ਚਿੰਤਾ ਨਾ ਕਰ, ਕੱਲ ਸੋਮਵਾਰ ਹੈ ਅਤੇ ਕੱਲ ਤੋਂ ਤੂੰ ਸੋਮਵਾਰ ਦੇ ਵਰਤ ਰੱਖਣੇ ਸ਼ੁਰੂ ਕਰ ਦੇ। ਭਗਵਾਨ ਸ਼ਿਵ ਤੁਹਾਡੀਆਂ ਭੁੱਲਾਂ ਨੂੰ ਜ਼ਰੂਰ ਮਾਫ ਕਰਨਗੇ। ਪੁਜਾਰੀ ਦੀ ਗੱਲ ਮੰਨ ਕੇ ਰਾਣੀ ਨੇ ਪੁਜਾਰੀ ਤੋਂ 16 ਸੋਮਵਾਰ ਦੀ ਵਿਧੀ ਨੂੰ ਸਮਝਣ ਤੋਂ ਬਾਅਦ ਰਾਣੀ ਨੇ ਸੋਮਵਾਰ ਦੇ ਵਰਤ ਰੱਖਣੇ ਸ਼ੁਰੂ ਕਰ ਦਿੱਤੇ। ਜਿਵੇਂ ਹੀ ਰਾਣੀ ਨੇ 17ਵੇਂ ਸੋਮਵਾਰ ਨੂੰ ਆਪਣਾ ਵਰਤ ਖਤਮ ਕੀਤਾ, ਰਾਜੇ ਨੂੰ ਆਪਣੀ ਪਤਨੀ ਦੀ ਯਾਦ ਆਈ। ਉਸਨੇ ਆਪਣੇ ਸਿਪਾਹੀਆਂ ਨੂੰ ਉਸ ਦੀ ਭਾਲ ਵਿੱਚ ਭੇਜਿਆ ਅਤੇ ਉਸ ਨੂੰ ਘਰ ਵਾਪਸ ਲਿਆਉਣ ਦਾ ਆਦੇਸ਼ ਦਿੱਤਾ। ਜਦੋਂ ਸਿਪਾਹੀਆਂ ਨੂੰ ਪਤਾ ਲੱਗਾ ਕਿ ਰਾਣੀ ਮੰਦਰ ਵਿੱਚ ਰਹਿ ਰਹੀ ਹੈ ਤਾਂ ਸਿਪਾਹੀ ਰਾਣੀ ਨੂੰ ਲੱਭਦੇ ਹੋਏ ਮੰਦਰ ਪਹੁੰਚੇ। ਉਹਨਾਂ ਨੇ ਰਾਣੀ ਨੂੰ ਉਹਨਾਂ ਦੇ ਨਾਲ ਜਾਣ ਲਈ ਬੇਨਤੀ ਕੀਤੀ, ਪਰ ਪੁਜਾਰੀ ਨੇ ਮਨਾ ਕਰ ਦਿੱਤਾ ਅਤੇ ਸਿਪਾਹੀ ਨਿਰਾਸ਼ ਹੋ ਕੇ ਵਾਪਸ ਪਰਤ ਗਏ। ਸਿਪਾਹੀਆਂ ਨੇ ਵਾਪਸ ਆ ਕੇ ਰਾਜੇ ਨੂੰ ਸਾਰੀ ਗੱਲ ਦੱਸੀ। ਫਿਰ ਰਾਜਾ ਖੁਦ ਉਸ ਮੰਦਰ ਦੇ ਪੁਜਾਰੀ ਕੋਲ ਪਹੁੰਚਿਆ। ਰਾਜੇ ਨੇ ਪੁਜਾਰੀ ਤੋਂ ਮਾਫੀ ਮੰਗੀ ਅਤੇ ਸਾਰੀ ਗੱਲ ਦੱਸ ਦਿੱਤੀ। ਪੁਜਾਰੀ ਨੇ ਰਾਜੇ ਨੂੰ ਕਿਹਾ, ਇਹ ਸਭ ਭਗਵਾਨ ਸ਼ਿਵ ਦੇ ਕ੍ਰੋਧ ਕਾਰਨ ਹੋਇਆ ਹੈ। ਤੁਸੀਂ ਆਪਣੀ ਪਤਨੀ ਨੂੰ ਲੈ ਜਾਓ। ਜਿਵੇਂ ਹੀ ਰਾਜਾ ਅਤੇ ਰਾਣੀ ਮਹਿਲ ਪਹੁੰਚੇ, ਉੱਥੇ ਜਸ਼ਨ ਸ਼ੁਰੂ ਹੋ ਗਏ। ਇਸ ਖੁਸ਼ੀ ਦੇ ਮੌਕੇ ਤੇ ਰਾਜੇ ਨੇ ਸਾਰੇ ਸ਼ਹਿਰ ਵਿੱਚ ਮਠਿਆਈਆਂ ਵੰਡੀਆਂ। ਬ੍ਰਾਹਮਣਾਂ ਅਤੇ ਗਰੀਬਾਂ ਨੂੰ ਬਹੁਤ ਸਾਰਾ ਭੋਜਨ, ਕੱਪੜੇ ਅਤੇ ਧਨ ਦਾਨ ਕੀਤਾ ਗਿਆ। ਹੁਣ ਰਾਣੀ ਮਹਿਲ ਵਿੱਚ ਸੁਖੀ ਰਹਿਣ ਲੱਗੀ, ਭਗਵਾਨ ਸ਼ਿਵ ਦੀ ਪੂਜਾ ਕਰਨ ਲੱਗੀ ਅਤੇ ਸੋਮਵਾਰ ਦੇ ਵਰਤ ਰੱਖਣ ਲੱਗੀ। ਭਗਵਾਨ ਸ਼ਿਵ ਦੀ ਕਿਰਪਾ ਨਾਲ ਉਹਨਾਂ ਦਾ ਜੀਵਨ ਖੁਸ਼ੀਆਂ ਨਾਲ ਭਰ ਗਿਆ। ਇਸ ਤਰ੍ਹਾਂ 16 ਸੋਮਵਾਰ ਦੇ ਵਰਤ ਰੱਖਣ ਨਾਲ ਸਭ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਅਤੇ ਜੀਵਨ ਵਿੱਚ ਕੋਈ ਕਮੀ ਨਹੀਂ ਰਹਿੰਦੀ। ਵੀਡੀਓ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਕਰੋ। ਇਸ ਤਰ੍ਹਾਂ ਦੀਆਂ ਹੋਰ ਵੀਡੀਓ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ।